नाल मंतुरा नहीं मिसाल बदलदी, तेल मुक्के तो दीवा हो गुल जावे। नाल मंतुरा नहीं मिसाल बलदी, तेल मुक्के तो दीवा हो गुल जावे। लख जतन करिए पर ना पवे भांडे, जेड़ा दुध दरिया विच डुल जावे। फीता फीता हो जांदी कबीलदारी, जेकर गांडे इतफाक दी खुल जावे। पारस मिट जांदी हरफ गलत वांगू, जेड़ी कौम इतिहास नूं भुल जावे। जेड़ी कौम शहीदां नूं भुल जावे। मन तू जोत स्वरूप है अपना मूल पछाण, मन हर जी तेरे नाल है गुरमती रंग मान। जदों दी दूर होई तैथों नमाणी चैन पाया नहीं, एती मार पैंदी तो कि तैनू दर्द आया नहीं। जुदाइयां जालती जिंदड़ी है मेरा सृष्टि तेरी दा, जलवा जिंद चाहुंदी है गुरु जी दृष्टि तेरी दा। ना जाना दूर कीताई तू साडियां हरकतां करके, असीं तां साहिब जिउंदे हां तेरियां बरकतां करके। थक्की मार के हाकां के मोगर रिफत तेरी दा, जलवा जिंद चाहुंदी है गुरु जी दृष्टि तेरी दा। मरदा रोपती जंदी तुझे ना बौड़दा प्यारे ओ, मरदा रोपती जांदी तुझे ना बहुड़दा प्यारे। जिवें आ भीलनी तारी तिवें आ दौड़ के प्यारे। बड़ा रंग राम ते चढ़िया कथा वशिष्ठ तेरी दा, जलवा जिंद चाहुंदी है गुरु जी दृष्टि तेरी दा। दिलां दी तार ढिल्ली है कि तुंबा खड़कदा क्यों नहीं। दिलां दी तार ढिल्ली है कि तुंबा खड़कदा क्यों नहीं। सिटदा धनश क्यों अर्जन मदाने भड़कदा क्यों नहीं। जुआ सब खा गया अकला बुद्धि तारिष्ट तेरी दा, बुद्धि तारिष्ट तेरी दा। जलवा जिंद चाहुंदी है गुरु जी दृष्टि तेरी दा। ये झल्ली बावरी होई है, ये कमली चैन लैंदी नहीं। ये झल्ली बावरी होई है, ये कमली चैन लैंदी नहीं। जिन्ना चिर हरी नहीं मिलदा मीरा टिक के बहिंदी नहीं। नगमा प्यार दा परिया पिया फहिस्त तेरी दा, जलवा जिंद चाहुंदी है गुरु जी दृष्टि तेरी दा। निभा दे तोड़ लगियां नूं भुले क्यों सुखन प्यारां दा। मैं तां प्रीतमा सुनिया तू पक्का यार यारां दा। मैं अनपढ़ सार की जाना की नंबर लिस्ट तेरी दा, जलवा जिंद चाहुंदी है गुरु जी दृष्टि तेरी दा। आ जा
ਸੋਹਣਿਆ ਆ ਜਾ ਤੜਫਦੀ ਜਾਨ ਦੇ ਬਦਲੇ, ਆਪਣੇ ਬਿਰਦ ਦੇ ਬਦਲੇ, ਧਰਮ ਈਮਾਨ ਦੇ ਬਦਲੇ। ਦਮਾਂ ਦੀ ਰਾਸ ਦਾ ਕਰਜ਼ਾ ਫਿਕਰ ਹੈ ਕਿਸ਼ਤ ਤੇਰੀ ਦਾ, ਫਿਕਰ ਹੈ ਕਿਸ਼ਤ ਤੇਰੀ ਦਾ। ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ। ਜੀ ਕੋਈ ਢੱਪ ਜੋਰ ਨਹੀਂ ਚੱਲਦਾ ਸਾਡੇ ਵਿੱਚ, ਅਕਲਾਂ ਵੀ ਕੰਮ ਨੇ ਜੀ। ਕੋਈ ਢੱਪ ਜੋਰ ਨਹੀਂ ਚੱਲਦਾ ਸਾਡੇ ਵਿੱਚ, ਅਕਲਾਂ ਵੀ ਕੰਮ ਨੇ। ਖਾ ਲੈ ਲੋੜਾਂ ਗਰਜਾਂ ਨੇ, ਬਚੇ ਬਸ ਚੰਦ ਹੀ ਦਮ ਨੇ। ਦੀਵਾਨਾ ਬਣ ਗਿਆ ਬੈਂਕਾ ਜੀ ਹੈ ਬਾਹਿਸ਼ਤ ਤੇਰੀ ਦਾ। ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ। ਜਲਵਾ ਜਿੰਦ ਚਾਹੁੰਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ। ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰ ਨਹਿ ਜੋ ਕੇ ਚੁਨੀ ਆਮਦੰਦ ਦਰ ਨਬੂਦ ਮਰਾ। ਉਹਦੀ ਦ੍ਰਿਸ਼ਟੀ ਦੇ ਜਲਵੇ ਦੀ ਪ੍ਰਾਪਤੀ ਹੀ ਸਾਡੀ ਮੰਜ਼ਿਲ ਹੈ। ਜਿਨ੍ਹਾਂ ਨੇ ਉਹ ਮੰਜ਼ਿਲ ਪਾਈ, ਜਿਨ੍ਹਾਂ ਨੇ ਸਿਦਕ ਸਿਰੜ ਆਪਣੇ ਆਪ ਤੇ ਹੰਡਾਇਆ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਦੇ ਜਲਵੇ ਦੇ ਪਾਤਰ ਬਣੇ। ਜਿਨ੍ਹਾਂ ਨੇ ਗੁਰੂ ਦੀ ਇਬਾਦਤ ਕੀਤੀ ਤੇ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਦੀ ਯਾਦ ਦੇ ਅੰਦਰ ਜੁੜੇ ਹਾਂ। ਗੁਰਦੇਵ ਦੇ ਚਰਨਾਂ ਵਿੱਚ ਸੀਸ ਝੁਕਾਓ, ਹਾਜ਼ਰੀ ਲਵਾਓ, ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਜਾਂ ਵਾਲੇ, ਕਲਗੀਆਂ ਵਾਲੇ, ਪੁੱਤਰਾਂ ਦੇ ਦਾਨੀ, ਅੰਮ੍ਰਿਤ ਕੇ ਦਾਤੇ, ਅਨੰਦਪੁਰ ਸਾਹਿਬ ਦੇ ਸਿਰਜਣਹਾਰ, ਕਵੀਆਂ ਦੇ ਮਹਾਕਵੀ ਸਤਿਗੁਰੂ, ਕਿੰਨੇ ਤਖੱਲਸ ਗੁਰਦੇਵ ਦੇ ਕਰਨੀ ਨਾਮੇ ਤੋਂ ਹੀ ਮਹਾਰਾਜ ਦੇ ਪਵਿੱਤਰ ਨਾਮ ਦੇ ਨਾਲ ਆਪਣੇ ਆਪ ਜੁੜ ਜਾਂਦੇ ਨੇ। ਸਹਿਬੇ ਕਮਾਲ, ਵਾਲੀਏ ਕੁਲ ਆਲਮ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਹੱਕ ਰਾਂ ਗੰਜ਼ੂਰ ਗੁਰ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ, ਖਾਲਸੋ ਵੇ ਕੀਨਾ ਗੁਰ ਗੋਬਿੰਦ ਸਿੰਘ। ਖਾਲਸੇ ਦੇ ਸਿਰਜਣਹਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਅਸੀਂ ਉਹਨਾਂ ਦੇ ਗੁਰਸਿੱਖ ਹੋਣ ਨਾਤੇ ਉਹਨਾਂ ਦੀ ਮਹਿਮਾ ਵਡਿਆਈ ਗਾਉਣੀ ਲਿਖਣੀ ਹੈ, ਪਰ ਗੈਰ ਸਿੱਖਾਂ ਨੇ ਵੀ ਕਲਮਾਂ ਉਠਾ ਲਈਆਂ ਉਹਨਾਂ ਦੀ ਕਰਨੀ ਵੇਖ ਕੇ। ਜਦੋਂ ਕਲਗੀਧਰ ਪਾਤਸ਼ਾਹ ਦੀ ਸਿਫਤ ਲਿਖਦੇ ਐ ਤੇ ਉਹਨਾਂ ਦੇ ਕੋਲੋਂ ਅਲਫਾਜ਼ ਮੁੱਕ ਜਾਂਦੇ ਨੇ। ਮਿਰਜ਼ਾ ਹਕੀਮ ਯੋਗੀ ਅੱਲਾ ਯਾਰ ਖਾਂ ਮੁਸਲਮਾਨ ਸ਼ਹਿਰ ਹੋਇਆ ਸਾਧ ਸੰਗਤ, ਉਹ ਲਿਖਦਾ ਹੈ ਅੱਲਾ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, जितनी भी लिखूं सिफत गोबिंद की वो कम है, हर चंद मेरे हाथों में परजोर कलम है। ਉਹ ਕਹਿੰਦਾ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਇਸ ਸਮੇਂ ਦਾ ਮਕਬੂਲ ਸ਼ਾਇਰ ਹਾਂ, ਬੜੀ ਜ਼ਬਰਦਸਤ ਕਲਮ ਮੇਰੇ ਹੱਥਾਂ ਦੇ ਵਿੱਚ ਹੈ, ਪਰ ਸਤਿਗੁਰ ਕੇ ਲਿਖੂं ਵਸਬ ਕਹਾਂ ਤਾਬੇ ਰਕਮ ਹੈ। ਮੇਰੀ ਕਲਮ ਦੇ ਵਿੱਚ ਇੰਨਾ ਜ਼ੋਰ ਨਹੀਂ, ਮੇਰੇ ਕੋਲੇ ਇੰਨੇ ਅਲਫਾਜ਼ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਦੇ ਵਿੱਚ ਕੁਝ ਲਿਖ ਸਕਾਂ। ਆਖਰ ਕਹਿੰਦਾ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀਨ ਹੈ, ਜੇ ਦੁਨੀਆ ਦੇ ਫਲਸਫਰ, ਬੁੱਧੀਜੀਵੀ, ਇਤਿਹਾਸ ਦੇ ਵਿਆਖਿਆਕਾਰ, ਪੈਗੰਬਰਾਂ, ਪੀਰਾਂ ਦੀ, ਗੁਰੂਆਂ ਦੀ ਵਡਿਆਈ ਲਿਖਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦੇ ਨਾਲ ਇਨਸਾਫ ਕਰਨ ਤੋਂ ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਦਾ ਸਾਨੀ ਹੀ ਨਹੀਂ ਹੈ, ਫਿਰ ਇਉਂ ਕਹਿ ਦੇਣ ਦੁਨੀਆ ਤੇ ਭਾਵੇਂ ਕਿੰਨੇ ਪੀਰ, ਪੈਗੰਬਰ, ਔਲੀਏ, ਅਵਤਾਰ, ਰਹਿਬਰ ਹੋਏ, ਪਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਨੀ ਕੋਈ ਨਹੀਂ। ਆਓ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਗੁਰੂ ਕੇ ਖਾਲਸੇ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਇਹ ਜਿਹੜੇ ਦਿਹਾੜੇ ਸਮੁੱਚੀ ਕੌਮ ਦੇ ਅੰਦਰ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ, ਸਾਧ ਸੰਗਤ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਇਹ ਪਰ ਉਪਕਾਰਾਂ ਨੂੰ ਹਰ ਸਾਲ, ਸੋ ਸਦਾ ਹੀ ਹਰ ਵੇਲੇ ਗੁਰੂ ਕੇ ਸਿੱਖ ਹਰ ਰੋਜ਼ ਅਰਦਾਸ ਦੇ ਵਿੱਚ ਉਹਨਾਂ ਯੋਧਿਆਂ ਨੂੰ ਚਿਤਵਦੇ ਹਨ, ਚਾਰ ਸਾਹਿਬਜ਼ਾਦਿਆਂ ਨੂੰ, ਪੰਜ ਪਿਆਰੇ ਸਹਿਬਾਨਾਂ ਨੂੰ, ਗੁਰੂ ਕੇ ਖਾਲਸੇ ਨੂੰ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਧੰਨ ਕਲਗੀਧਰ ਪਾਤਸ਼ਾਹ ਤੇ ਉਹਨਾਂ ਦੇ
ਐਸੇ ਖਾਲਸੇ ਦੇ ਚਰਨਾਂ ਵਿੱਚ ਨਮਸਕਾਰ ਕਰਦਿਆਂ ਉਹਨਾਂ ਦੇ ਕਰਨੀਨਾਮੇ ਨੂੰ ਦਰਸਾਉਂਦੀ ਹੋਈ ਕਵਿਤਾ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਦਾ ਹਜ਼ੂਰੀ ਕਵੀਸ਼ ਜਥਾ ਇੰਜ ਬਿਆਨ ਕਰਦੇ। ਡੰਡੌਤ ਬੰਦਨ ਅਣਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਨ ਪਟਨੇ ਵਿੱਚ ਅਵਤਾਰ ਲਿਆ, ਸ਼ਹਿਰ ਅਨੰਦਪੁਰ ਧਾਰ ਲਿਆ। ਬਚਪਨ ਵਿੱਚ ਪਿਤਾ ਨੂੰ ਵਾਰ ਲਿਆ, ਫਿਰ ਖਾਲਸਾ ਪੰਥ ਸਜਾਇਆ ਏ। ਦਸ਼ਮੇਸ਼ ਪਿਤਾ ਗੁਰਸੂਰੇ ਨੂੰ ਉਹ ਤਰ ਗਿਆ ਜਿਸਨੇ, ਉਹ ਤਰ ਗਿਆ ਜਿਸਨੇ ਗਾਇਆ ਏ। ਲੈ ਲਈਆਂ ਅਸਾਂ ਦੀਆਂ ਬਾਤਾਂ ਜੀ, ਦੇ ਦਿੱਤੀਆਂ ਅੰਮ੍ਰਿਤ ਦਾਤਾਂ ਜੀ। ਮਾਰੋ ਇਤਿਹਾਸ ਨੂੰ ਝਾਤਾਂ ਜੀ, ਇਹੋ ਜੀ ਅਜਬ ਕਹਾਣੀ ਨਾ। ਸਤਿਗੁਰ ਪੁੱਤਰਾਂ ਦੇ ਦਾਨੀ ਦਾ ਦੁਨੀਆ ਵਿੱਚ ਕੋਈ, ਦੁਨੀਆ ਵਿੱਚ ਕੋਈ ਸਾਨੀ ਨਾ। ਔਰੰਗ ਰੱਤੇ ਪ੍ਰੇਮ ਦੇ ਚੋਲੇ ਜੋ ਨਾ, ਵੀਰ ਬਹਾਦਰ ਡੋਲੇ ਜੋ। ਜਿਨ ਖੂਨ ਦੇ ਖੇਡੇ ਹੋਲੇ ਜੋ, ਜ਼ਾਲਮ ਨਾਲ ਯੁੱਧ ਮਚਾਇਆ ਏ। ਦਸ਼ਮੇਸ਼ ਪਿਤਾ ਗੁਰਸੂਰੇ ਨੂੰ ਉਹ ਤਰ ਗਿਆ ਜਿਸਨੇ, ਉਹ ਤਰਿਆ ਜਿਸਨੇ ਗਾਇਆ ਏ। ਸਰਸਾ ਤੇ ਪਿਆ ਵਿਛੋੜਾ ਸੀ, ਹੋ ਗਿਆ ਜਦ ਜੋੜਾ ਜੋੜਾ ਸੀ। ਨਾ ਚਿੱਤ ਡੁਲਾਇਆ ਥੋੜਾ ਸੀ, ਮਨ ਵਿੱਚ ਕੋਈ ਚਿੰਤਾ ਠਾਨੀ ਨਾ। ਸਤਿਗੁਰ ਪੁੱਤਰਾਂ ਦੇ ਦਾਨੀ ਦਾ ਦੁਨੀਆ ਵਿੱਚ ਕੋਈ, ਦੁਨੀਆ ਵਿੱਚ ਕੋਈ ਸਾਨੀ ਨਾ। ਆਓ ਚਮਕੌਰ ਗੜੀ ਜਾਂ ਖਿਆਲੀ ਜੀ ਸੀ ਨਾਲ ਸੂਰਮੇ, ਸੀ ਨਾਲ ਸੂਰਮੇ 40 ਜੀ। 10 ਲੱਖ ਦੀ ਗਿਣਤੀ ਬਾਲੀ ਜੀ, 1.25 ਲੱਖ ਨਾਲ ਇੱਕ ਲੜਾਇਆ ਏ। ਦਸ਼ਮੇਸ਼ ਪਿਤਾ ਗੁਰਪੂਰੇ ਨੂੰ ਉਹ ਤਰਿਆ ਜਿਸਨੇ, ਉਹ ਤਰ ਗਿਆ ਜਿਸਨੇ ਗਾਇਆ ਏ। ਵਾਰੀ ਵਾਰੀ ਪਿਆਰੇ ਵਾਰ ਦਿੱਤੇ, ਕਰ ਅਸਾਂ ਤੇ ਪਰ ਉਪਕਾਰ ਦਿੱਤੇ। ਫਿਰ ਤੋਰ ਅਜੀਤ ਜੁਝਾਰ ਦਿੱਤੇ, ਕੋਈ ਰੱਖੀ ਕੋਲ ਨਿਸ਼ਾਨੀ ਨਾ। ਸਤਿਗੁਰ ਪੁੱਤਰਾਂ ਦੇ ਦਾਨੀ ਦਾ ਦੁਨੀਆ ਵਿੱਚ ਕੋਈ, ਦੁਨੀਆ ਵਿੱਚ ਕੋਈ ਸਾਨੀ ਨਾ। ਆ ਫੇਰ ਨਿਕਲੇ ਤਾੜੀ ਮਾਰ ਪਿਤਾ, ਮਾਛੀ ਵਾੜੇ ਰਾਤ ਗੁਜ਼ਾਰ ਪਿਤਾ। ਤੇ ਗਾਈ ਯਾਰ ਦੀ ਵਾਰ ਪਿਤਾ, ਉਹਦੇ ਸੱਥਰ ਨੂੰ ਵਡਿਆਇਆ ਏ। ਦਸ਼ਮੇਸ਼ ਪਿਤਾ ਗੁਰਸੂਰੇ ਨੂੰ ਉਹ ਤਰ ਗਿਆ ਜਿਸਨੇ, ਉਹ ਤਰ ਗਿਆ ਜਿਸਨੇ ਗਾਇਆ ਏ। ਲਾਲ ਨੀਹਾਂ ਦੇ ਵਿੱਚ ਖੜ ਗਏ ਸੀ, ਫਤਿਹ ਵਾਹਿਗੁਰੂ ਦੀ ਪੜ ਗਏ ਸੀ। ਮਾਤਾ ਗੁਜਰੀ ਭੇਟਾ ਚੜ ਗਏ ਸੀ, ਨੂਰੇ ਦੱਸਿਆ ਹੋਈ ਹੈਰਾਨੀ ਨਾ। ਸਤਿਗੁਰ ਪੁੱਤਰਾਂ ਦੇ ਦਾਨੀ ਦਾ ਦੁਨੀਆ ਵਿੱਚ ਕੋਈ, ਦੁਨੀਆ ਵਿੱਚ ਕੋਈ ਸਾਨੀ ਨਾ। ਮੈਂ ਉਜੜਾ ਪੰਥੀ ਵਸਦਾ ਰੇ, ਸ਼ੁਭ ਕਰਮ ਨੂੰ ਕਮਰਾਂ ਕੱਸਦਾ ਰੇ। ਮਨ ਭਾਣਾ ਸਦਾ ਹੀ ਹੱਸਦਾ ਰਹਿ, ਜਿਨ ਸੱਚ ਦਾ ਸਬਕ ਸਿਖਾਇਆ ਏ। ਦਸ਼ਮੇਸ਼ ਪਿਤਾ ਗੁਰਸੂਰੇ ਨੂੰ ਉਹ ਤਰ ਗਿਆ ਜਿਸਨੇ, ਉਹ ਤਰ ਗਿਆ ਜਿਸਨੇ ਗਾਇਆ ਏ। ਹੈ ਬੰਦਨਾ ਲੱਖ ਲੱਖ ਵਾਰ ਸਦਾ, ਗੁਰਜੰਟ ਸਿੰਘ ਬਲਿਹਾਰ ਸਦਾ। ਸੋਭਾ ਕਤਣੀ ਤੋਂ ਬਾਹਰ ਸਦਾ, ਬੈਂਕੇ ਤੋਂ ਜਾਏ ਬਿਆਨੀ ਨਾ। ਸਤਿਗੁਰ ਪੁੱਤਰਾਂ ਦੇ ਦਾਨੀ ਦਾ ਦੁਨੀਆ ਵਿੱਚ ਕੋਈ, ਦੁਨੀਆ ਵਿੱਚ ਕੋਈ ਸਾਨੀ ਨਾ। ਛਾਏ ਜਾਤੀ ਏਕਤਾ ਨੇਕਤਾ, ਬੁਲਾਏ ਜਾਤੀ ਹੋਵਤੀ ਕੁਚੀਲ ਤੱਕ। ਦੇਵਨ ਕੁਰਾਨ ਕੀ ਪਾਪ ਪਰਪਕ ਜਾਤੇ, ਧਰਮ ਤਸਕ ਜਾਤੇ। ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ, ਦੂਰ ਹੋਤੇ ਰੀਤ ਮਿਟ ਜਾਤੀ। ਕਥਾ ਬੇਦਨ ਪ੍ਰਾਣ ਕੀ। ਕਿਨੇ ਇਸ ਤਰ੍ਹਾਂ ਦੀਵਾਨ ਲਾਉਣੇ ਸੀ ਤੇ ਕਿੰਨੇ ਚੌਂਕੜੀਆਂ ਲਾ ਕੇ ਇਸ ਤਰ੍ਹਾਂ ਸੁਣਨਾ ਸੀ। ਰੀਤੀ ਮਿਟ ਜਾਣੀ, ਸੰਸਾਰ ਤੇ ਕੋਈ ਮਰਿਆਦਾ ਨਹੀਂ ਸੀ ਰਹਿਣੀ। ਰੀਤ ਮਿਟ ਜਾਤੀ ਕਥਾ ਬੇਦਨ ਪ੍ਰਾਣ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਦਾਨ ਕੀ। ਉਹ ਕਿਰਪਾ ਦੇ ਖਜ਼ਾਨੇ ਦੀ ਮੂਰਤ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਸੰਸਾਰ ਤੇ ਨਾ ਆਉਂਦੀ ਤਾਂ ਅੱਜ ਸਾਡੀ ਰੂਪ ਰੇਖਾ, ਅੱਜ ਸਾਡਾ ਇਤਿਹਾਸ ਕੁਝ ਹੋਰ ਹੁੰਦਾ। ਸਾਧ ਸੰਗਤ, ਸਮਾਂ ਸੀਮਤ ਹੈ ਔਰ ਕੁਝ ਕਵਿਤਾਵਾਂ ਦਾ ਹੁਕਮ ਵੀ ਹੋਇਆ ਹੈ। ਸੋ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਦੀ ਸੇਵਾ ਸ਼੍ਰੀਮਾਨ ਸੰਤ ਬਾਬਾ ਜੋਗਿੰਦਰ ਸਿੰਘ ਜੀ ਡਮੇਲੀ ਵਾਲੇ ਮਹਾਂਪੁਰਖ, ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਲੋਹਗੜ੍ਹ ਸਾਹਿਬ, ਸਾਧ ਸੰਗਤ ਜਿੱਥੋਂ ਦਾ ਬਹੁਤ ਵੱਡਾ ਇਤਿਹਾਸ ਹੈ। ਗੁਰੂ ਕੇ ਖਾਲਸੇ ਨੇ ਜਿੱਥੇ ਬਹੁਤ ਅਣਖ ਦੀਆਂ ਤੇਗਾਂ ਚਲਾਈਆਂ। ਸੋ ਜਿਹੜੇ ਕਿਲੇ ਨੂੰ ਢਾਉਣ ਦੇ ਵਾਸਤੇ ਪੂਰਾ ਟਿੱਲ ਲਾਇਆ ਸੀ ਜ਼ਾਲਮ ਨੇ,
ਉਸ ਪਵਿੱਤਰ ਕਿਲੇ ਲੋਹਗੜ੍ਹ ਦੀ ਸਾਂਭ ਸੰਭਾਲ ਮਹਾਂਪੁਰਖ ਕਰਦੇ ਹਨ। ਸੋ ਸਾਰੇ ਹੀ ਗੁਰਮੁਖ ਪਿਆਰੇ ਜੋ ਮਹਾਂਪੁਰਖਾਂ ਦੇ ਸੰਗੀ ਸਿੰਘ ਹਨ, ਭਾਈ ਦਲਜੀਤ ਸਿੰਘ ਜੀ, ਭਾਈ ਗੁਰਦੇਵ ਸਿੰਘ ਜੀ, ਸੋ ਜੋ ਸ੍ਰੀਮਾਨ ਜਥੇਦਾਰ ਬਾਬਾ ਕੀਰਤਨ ਸਿੰਘ ਜੀ, ਸੋ ਮਹਾਂਪੁਰਖਾਂ ਦੀ ਹਾਜ਼ਰੀ ਲਵਾ ਰਹੇ ਹਨ, ਭਾਈ ਗੁਰਦੇਵ ਸਿੰਘ ਜੀ। ਸਾਧ ਸੰਗਤ ਇਹ ਉਦਮ ਉਪਰਾਲੇ ਗੁਰਮੁਖਾਂ ਨੂੰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਸੋ ਗੁਰੂ ਦੀ ਯਾਦ ਦੇ ਵਿੱਚ ਆਪ ਜੁੜਨਾ, ਸੰਗਤਾਂ ਨੂੰ ਜੋੜਨ ਦਾ ਯਤਨ ਕਰਨਾ, ਇਹ ਨੇਕ ਉਦਮ ਹੈ। ਇਸ ਤੋਂ ਵੱਡੀ ਹੋਰ ਕੋਈ ਵੀ ਨੇਕੀ ਨਹੀਂ, ਇਸ ਤੋਂ ਵੱਡਾ ਹੋਰ ਕੋਈ ਵੀ ਪੁੰਨ ਨਹੀਂ, ਇਸ ਤੋਂ ਵੱਡੀ ਹੋਰ ਕੋਈ ਵੀ ਸੇਵਾ ਨਹੀਂ ਜੋ ਸਤਿਗੁਰਾਂ ਦੀ ਯਾਦ ਦੇ ਵਿੱਚ, ਗੁਰੂ ਦੇ ਪਿਆਰਿਆਂ ਦੀ ਯਾਦ ਦੇ ਵਿੱਚ ਜੁੜਨ ਵਾਸਤੇ ਉਦਮ ਉਪਰਾਲੇ ਕਰਨੇ। ਆਓ, ਚਮਕੌਰ ਦਾ ਜੰਗ ਬਹੁਤ ਲੰਮੇਰਾ ਵੱਡਾ ਵਿਸ਼ਾ ਹੈ। ਸਾਧ ਸੰਗਤ 2-2.5 ਘੰਟੇ ਸਮਾਂ ਹੋਵੇ ਤੇ ਸਾਰਾ ਚਮਕੌਰ ਦਾ ਜੰਗ ਸੁਣਾਇਆ ਜਾਂਦਾ ਹੈ। ਫਿਰ ਵੀ ਆਪਾਂ ਇਹ ਦਿਹਾੜੇ ਮਨਾ ਰਹੇ ਹਾਂ, ਆਪਾਂ ਯਤਨ ਕਰਨਾ ਹੈ ਗੁਰੂ ਕੇ ਲਾਲਾਂ ਦੀ ਕਰਨੀ ਨੂੰ, ਗੁਰੂ ਕੇ ਖਾਲਸੇ ਦੀ ਇਸ ਬਹਾਦਰੀ ਨੂੰ ਸਰਵਣ ਕਰਕੇ, ਗਾ ਸੁਣ ਕੇ ਲਾਹਾ ਪ੍ਰਾਪਤ ਕਰੀਏ ਔਰ ਉਹਨਾਂ ਯੋਧਿਆਂ ਨੂੰ ਯਾਦ ਕਰੀਏ ਜਿਨ੍ਹਾਂ ਦੇ ਸਦਕਾ ਅੱਜ ਸਾਡਿਆਂ ਸਿਰਾਂ ਤੇ ਦਸਤਾਰਾਂ ਹਨ, ਜਿਨ੍ਹਾਂ ਦੇ ਸਦਕਾ ਅਸੀਂ ਸਿੰਘ ਖਵਾਉਂਦੇ ਹਾਂ। ਸਾਧ ਸੰਗਤ, ਅੱਜ ਅਸੀਂ ਗਦੇਲਿਆਂ ਤੇ ਆਪਣੇ ਘਰਾਂ ਵਿੱਚ ਸੁੱਖ ਦੇ ਆਰਾਮ ਕਿਉਂ ਫਰਮਾਉਂਦੇ ਹਾਂ? ਕਿਉਂਕਿ ਸੋਏ ਕੁਝ ਖਾਕ ਵੇ ਜੀ ਪੋਸ਼ ਵਿਛਾਕਰ। ਉਹ ਘੋੜਿਆਂ ਦੀਆਂ ਕਾਠੀਆਂ ਤੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਿੰਘਾਂ ਦਾ ਉਤਾਰਾ ਹੋਇਆ, ਜਿਸ ਦਮ हुए चमकौर में सिंहों के उतारे, चुलाए हुए शेर थे सब गैज के मारे, आंखों से निकलते थे शेरों के शरारे, गोविंद सिंह के बिना गजबनाक थे सारे, कहते कि इजाजत नहीं है हमें रण की, मट्टी तक उड़ा सकते हैं दुश्मन के चमन की। गुरु के खालसे विच अमृत दी शक्ति बोलदी है। कई दिनों के भुखे प्यासे नींदरे दे विच ने, तां भी ऐसा जज्बा। सोए कुछ खाक पे जी पोश बिछाकर, पहरा देने लगे कुछ तलवारें उठाकर, अपनी सुरती नूं चमकौर दी गड़ी विच लै जाओ। यही ठंडियां रातां सन, बारिश दी रुत सी, पहरा देने लगे कुछ तलवारें उठाकर, गोबिंद भी शाबाश हुए खैमों में जाकर, देखा तो बैठे हैं गर्दन को झुकाकर, था वाहिगुरु वाहिगुरु मुंह से निकलता, था तू ही तू मुंह से निकलता। 1.5 जाम रात गुजरी जब जिक्रे खुदा में, खैमों से निकल आए साहिब हवा में, टहलते थे कदमों से मगर दिल था दुआ में, कहते कि या अल्लाह मैं खुश हूं तेरी रजा में। गुरु के खालसे दे विच टहलदे ने, पहरा देंदे ने धन कलगीधर पातशाह ते चमकौर दी गड़ी दी मिट्टी हत्थां दे विच मल के ते उडाउंदे ने हवा विच। भाई दया सिंह जी पुछदे इन्ना मोह, गुरुदेव कहते जिस खित्ते में कहते थे हम जाना, ठिकाना जे वही है, मट्टी कह देती है ठिकाना जे वही है, जिथे लाला नू कटवाउणा है धर्म दे लेखे लाउणा है, ये वही ठिकाना है जिथे 1.25 लाख नाल लड़ाउणा है। दिन चढ़िया साध संगत, सारी रात कलगीधर पातशाह ਸਿੰਘਾਂ ਦੇ ਵਿੱਚ जाग के पहरेदारी करते रहे। दीन दुनिया दे मालक जे गुरु के सिख दे गले वाले पास्यों गुजरे ते जोगी अल्लाह यार खान लिखदा, हलकूम पे आए तो दहन चूमने बैठे। सिख दे गले दियां रगां चुमदे है, ये रगां धन हन जिन्हां ने दिन चढ़दियां धर्म बदले कटना है। अगले अल्फाज योगी जी लिखदे, बेअंती पे आए तो चरण चूमने बैठे। सिखां दे चरण भी चुमदे ने, ये चरण भी धन हन जिन्हां ने धर्म युद्ध नूं चुंगियां मारदियां दौड़ना है। दिन चढ़दे दे नाल या अली दे नारे, साध संगत मार लो फड़ लो दियां आवाजां, गुरसने चेकारे कुनद चेहल नर के दै लखबर आए तो बरो बेखबर। बिना किसी खबर तो 10 लाख का घेरा पिया, विਉਂਤ बंदी होई कि गुरु नूं फड़ लैणा है पौड़ी ला के। नारखां गणीखां वर्गे यतन करदे ने, सच्चे पातशाह दे वार ना सहारदे होए घुकदे होए हेठां डिगदे ने। ख्वाजा महमूद अली वेखदा है, 2 पहले जेड़े गुरु नूं फड़न दा मनोरथ धार के गए सी वो नहीं बचे ते मैं भी नहीं बचना। पौड़ी खसका लैंदा है, कंध दे ओले लुक जांदा है, आखिर दौड़ जांदा है। गुरदेव इहनूं भी ताना मारदे जफरनामे दे विच, क्या ख्वाजे मरदूद शाह द्वार, मैदान आयत दा मर्दान ने वार। तू तां जंगी जरनैल बन के आया सी, जे तू साडी निगाह चढ़ जानो यक तीर एक तीर असी तैनूं भी बख्श दिंदे जे साडी दीद साडियां अखां दे सामने आ जांदो तां। धन कलगीधर पातशाह साहिब कमाल श्री गुरु गोबिंद सिंह जी की आग्या दे नाल
ਹੁਣ ਜਥੇਬੰਦਕ ਹੋ ਕੇ ਸਿੰਘ ਗੜੀ ਦੇ ਵਿੱਚੋਂ ਨਿਕਲਦੇ ਨੇ। ਇੱਕ ਇੱਕ ਸਿੱਖ ਸਵਾ ਲੱਖ ਨਾਲ ਜੂਝ ਕੇ ਜਾਮੇ ਸ਼ਹਾਦਤ ਪ੍ਰਾਪਤ ਕਰਦਾ ਹੈ। ਧਰਮ ਯੁੱਧ ਦਾ ਚਾਅ ਹਿਰਦੇ ਵਿੱਚ ਲੈ ਕੇ ਗੁਰੂ ਕੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਪਿਤਾ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਜੰਗ ਜਾਣ ਦੀ ਆਗਿਆ ਇੰਜ ਮੰਗਣ ਲੱਗੇ। ਸਦਾ ਨ ਜੇਵਾ ਬੋਲਣਾ ਰਹੂ ਨ ਨੈਣੀ ਜੋਤ, ਕੰਬੂਗਾ ਸਿਰ ਬੈਂਕੀਆ ਹੋ ਜੂ ਘਟ ਸਰੋਤ। ਪਿਤਾ ਨੂੰ ਕੀਤੀ ਅਰਜ ਅਜੀਤ ਸਿੰਘ ਪੱਲਾ ਗਲ ਪਾ ਕੇ, ਕਹੇ ਕੋਈ ਨਾ ਗੁਰੂ ਨੇ ਪੁੱਤਰ ਆਪਣੇ ਰੱਖੇ ਲੁਕਾ ਕੇ। ਓ ਤੁਸਾਂ ਨੂੰ ਮਿਲੇ ਉਲਾਮਾ ਨਾ ਕੋਈ ਸਭ ਦੇ ਭਰਮ ਮਟਾਵਾ, ਪਿਤਾ ਜੀ ਮੈਨੂੰ ਦਿਓ ਆਗਿਆ ਜੰਗ ਮੈਦਾਨੇ ਜਾਵਾਂ। ਓ ਚੜ ਕੇ ਆਈ 10 ਲੱਖ ਸੈਨਾ ਸਿੰਘ ਅਸੀਂ ਹਾਂ 40, ਜੂਝਣ ਦੀ ਰਣ ਤੱਤੇ ਅੰਦਰ ਮਨ ਮੇਰੇ ਨੂੰ ਕਾਲੀ। ਓ ਲੜਾਈ ਲੜੀ ਜਿਵੇਂ ਮੇਰੇ ਗੁਰਸਿੱਖ ਪਰਾਵਾਂ, ਪਿਤਾ ਜੀ ਮੈਨੂੰ ਦਿਓ ਆਗਿਆ ਜੰਗ ਮੈਦਾਨੇ ਜਾਵਾਂ। ਓ ਹੱਥ ਸੀਸ ਤੇ ਰੱਖ ਮੇਰ ਦਾ ਨਿਗਾਹ ਮੇਰ ਦੀ ਪਾਵੋ, 1.25 ਲੱਖ ਦੇ ਨਾਲ ਇੱਕ ਨੂੰ ਕਿਰਪਾ ਕਰੋ ਲੜਾਵੋ। ਓ ਜੋ ਹਜੂਰ ਤੇ ਉੱਠੀਆਂ ਤੇਗਾ ਮਾਰ ਕੇ ਵੱਡਾ ਬਾਵਾ, ਪਿਤਾ ਜੀ ਮੈਨੂੰ ਦਿਓ ਆਗਿਆ ਜੰਗ ਮੈਦਾਨੇ ਜਾਵਾਂ। ਓ ਰਾਗ ਵੀਰਤਾ ਵਾਲਾ ਉਪਜੇ ਤੇਗਾਂ ਰੋਕਣ ਢਾਲੇ, ਰਾਗ ਵੀਰਤਾ ਵਾਲਾ ਉਪਜੇ ਤੇਗਾਂ ਰੋਕਣ ਢਾਲੇ, ਸ਼ੋਰ ਜੰਗ ਦਾ ਸੁਣ ਕੇ ਖਾਵੇ ਮੇਰਾ ਖੂਨ ਉਬਾਲੇ। ਓ ਭੈਣ ਪਾਜੜਾ ਵੈਰੀ ਦਲ ਨੂੰ ਐਸੀਆਂ ਤੇਗਾਂ ਵਾਵਾ, ਪਿਤਾ ਜੀ ਮੈਨੂੰ ਦਿਓ ਆਗਿਆ ਜੰਗ ਮੈਦਾਨੇ ਜਾਵਾਂ। ਓ ਜਿਵੇਂ ਤੋਰਿਆ ਜਥਿਆਂ ਨੂੰ ਜੋ ਮੇਰੀ ਕਰੋ ਤਿਆਰੀ, ਜਾਮ ਸ਼ਹਾਦਤ ਪੀਵਣ ਦੀ ਹੈ ਆ ਗਈ ਮੇਰੀ ਵਾਰੀ। ਓ ਵਾਰੀ ਦੇ ਵਿੱਚ ਵਾਰਾਂ ਜਿੰਦੜੀ ਸ਼ਸਤਰ ਖੂਬ ਚਲਾਵਾਂ, ਪਿਤਾ ਜੀ ਮੈਨੂੰ ਦਿਓ ਆਗਿਆ ਜੰਗ ਮੈਦਾਨੇ ਜਾਵਾਂ। ਓ ਦੇ ਦਿਓ ਜੇਕਰ ਤੁਸੀਂ ਥਾਪੜਾ ਜ਼ੋਰ ਨਾ ਕਿਸੇ ਦਾ ਚੱਲਣਾ, ਜੀ ਦੇ ਦਿਓ ਤੁਸੀਂ ਥਾਪੜਾ ਫਿਰਨਾ ਜ਼ੋਰ ਕਿਸੇ ਦਾ ਚੱਲਣਾ, ਜੂਝ ਸ਼ਹਾਦਤ ਪਾ ਕੇ ਦਾਦਾ ਜੀ ਦੀ ਗੋਦ ਨੂੰ ਮੱਲਣਾ। ਓ ਆਜਿਜ਼ ਬਣ ਕੇ ਤੁਸਾਂ ਦੇ ਅੱਗੇ ਇਹੀ ਅਰਜ਼ ਅਲਾਵਾ, ਪਿਤਾ ਜੀ ਮੈਨੂੰ ਦਿਓ ਆਗਿਆ ਜੰਗ ਮੈਦਾਨੇ ਜਾਵਾਂ। ਓ ਨਾਮ ਅਜੀਤ ਸਿੰਘ ਹੈ ਰੱਖਿਆ ਜਿੱਤਿਆ ਕਦੇ ਨਾ ਜਾਊਂ, ਪੁਰਜਾ ਪੁਰਜੇ ਕੱਟ ਮਰਾਂ ਮੈਂ ਧਰਮ ਹੇਤ ਸਿਰ ਲਾਊਂ। ਓ ਕਰਕੇ ਕਰਨੀ ਛੰਦ ਦਵਈਆ ਬੈਂਕੇ ਤੋਂ ਲਿਖਵਾਵਾਂ, ਪਿਤਾ ਜੀ ਮੈਨੂੰ ਦਿਓ ਆਗਿਆ ਜੰਗ ਮੈਦਾਨੇ ਜਾਵਾਂ। नाम का अजीत हूं जीता नहीं जाऊंगा, जीता नहीं जाऊंगा और जीता नहीं आऊंगा। पिता गुरदेव ਮੈਨੂੰ ਵੀ ਆਗਿਆ ਦਿਓ, ਮੈਂ ਨਹੀਂ ਚਾਹੁੰਦਾ ਦੁਨੀਆ ਦੇ ਲੋਕ ਇਹ ਅਲਾਮਾ ਦੇਣ ਕਿ ਗੁਰੂ ਨੇ ਆਪਣੇ ਪੁੱਤਰ ਲੁਕੋ ਕੇ ਰੱਖ ਲਏ। ਧੰਨ ਕਲਗੀਧਰ ਪਾਤਸ਼ਾਹ ਜਦੋਂ ਐਸਾ ਧਰਮ ਯੁੱਧ ਦਾ ਚਾਓ ਬਾਬਾ ਅਜੀਤ ਸਿੰਘ ਜੀ ਦੇ ਨੇਤਰਾਂ ਦੇ ਵਿੱਚ ਵੇਖਦੇ ਨੇ, ਐਸਾ ਉਤਾਵਲਾਪਣ ਵੇਖਦੇ ਰਹੇ, ਰਣ ਦੇਖ ਸੂਰੇ ਚਿੱਤ ਉਲਾਸ, ਹਿਰਦੇ ਵਿੱਚ ਚਾਓ ਚੜਿਆ ਹੈ ਜੰਗ ਲੜਨ ਦਾ। ਸ਼ਾਇਰ ਲਿਖਦਾ ਹੈ ਕਲਗੀ ਵਾਲੇ ਨੇ ਨੇਕ ਖਿਆਲ ਸੁਣ ਕੇ ਘੁੱਟ ਛਾਤੀ ਨਾਲ ਲਾਇਆ ਅਜੀਤ ਤਾਈ, ਬੇਟਾ ਪਾਲਿਆ ਚਾਵਾਂ ਦੇ ਨਾਲ ਤੈਨੂੰ, ਤੂੰ ਵੀ ਪਾਲਸਾ ਬਾਬੇ ਦੀ ਰੀਤ ਤਾਈ, ਤੱਤੀ ਤਵੀ ਤੇ ਬੈਠ ਕੇ ਗੀਤ ਗਾਏ, ਯਾਦ ਕਰ ਤੂੰ ਬਾਬੇ ਅਤੀਤ ਤਾਈ, ਮੇਰੇ ਸੋਹਣਿਆ ਮੋਹਣਿਆ ਮਾਣ ਮੌਜਾਂ, ਹੱਸ ਗਾ ਸ਼ਹੀਦੀ ਦੇ ਗੀਤ ਤਾਈ, ਰੱਖੀ ਵੀਰ ਤਾਈ ਉਹ ਬੇਟਾ ਧੀਰ ਤਾਈ, ਨਹੀਂ ਜੰਗ ਦੇ ਵਿੱਚ ਲਾਚਾਰ ਹੋਣਾ, ਸਾਹਮਣੇ ਦੇਖ ਤਲਵਾਰਾਂ ਦੀ ਨੈ ਵਗਦੀ, ਸਿਰ ਦੇ ਕੇ ਚੰਨਿਆ ਪਾਰ ਹੋਣਾ। ਧੰਨ ਕਲਗੀਧਰ ਪਾਤਸ਼ਾਹ ਨੇ ਆਪਣੇ ਹੱਥੀਂ ਕੋਸ਼ ਦੇ ਵਿੱਚੋਂ ਸ਼ਸਤਰ ਕੱਢ ਕੇ ਸਜਾਏ, ਤੇਗਾ ਗਾਤਰੇ ਪਵਾਇਆ, ਪੱਥਾ ਤੀਰਾਂ ਦਾ ਭਰ ਕੇ ਕਮਰ ਪਿੱਛੇ ਕੱਸਿਆ, ਧਨਕ ਦਿੱਤਾ, ਸਾਧ ਸੰਗਤ ਨੇਜਾ ਹੱਥ ਦੇ ਵਿੱਚ ਦਿੱਤਾ, ਕਲਗੀ ਸਜਾ ਕੇ ਲਾੜੀ ਮੌਤ ਵਰਨ ਵਾਸਤੇ ਦੂਲਿਆਂ ਦੇ ਵਾਂਗ ਤਿਆਰ ਕਰ ਦਿੱਤਾ ਆਪਣੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਨੂੰ। ਪਿਤਾ ਗੁਰਦੇਵ ਤੋਂ ਆਗਿਆ ਪਾਈ, 5 ਪਿਆਰੇ ਸਹਿਬਾਨਾਂ ਦੇ ਵਿੱਚੋਂ ਭਾਈ ਮੋਹਕਮ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਦੇ ਜਥੇ ਦੇ ਵਿੱਚ ਨਾਲ ਜਾਣ ਲਈ ਤਿਆਰ ਹੋਏ। ਧੰਨ ਗੁਰਦੇਵ ਨੇ ਆਗਿਆ ਦਿੰਦਿਆਂ ਪੜ੍ਹ ਦਿੱਤਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਬਾਬਾ ਜੀਵਨ ਸਿੰਘ ਜੀ ਨੇ ਪਿਤਾ ਗੁਰਦੇਵ ਦੀ
ਆਗਿਆ ਦੇ ਨਾਲ ਸਾਧ ਸੰਗਤ ਭਾਰੀ ਯੁੱਧ ਕੀਤਾ। ਕਈ ਇਤਿਹਾਸਕਾਰ ਇਉਂ ਵੀ ਲਿਖਦੇ ਨੇ ਕਿ ਇੱਥੇ ਗੜੀ ਦਾ ਦਰਵਾਜ਼ਾ ਖੋਲਣ ਦੀ ਡਿਊਟੀ ਸੀ ਉਹਨਾਂ ਦੀ। ਮਹਾਪੁਰਖ ਕਥਾ ਦੇ ਵਿੱਚ ਦੱਸਦੇ ਕਿ ਉਹਨਾਂ ਦੀ ਸ਼ਹਾਦਤ ਪਿੱਛੇ ਹੋ ਚੁੱਕੀ ਸੀ। ਉਹ ਰਹੋ ਵਿਚਾਰ, ਗੜੀ ਦਾ ਦਰਵਾਜ਼ਾ ਖੁੱਲਿਆ, ਜਕਾਰਿਆਂ ਦੀ ਗੂੰਜ ਦੇ ਵਿੱਚ ਰਣ ਤੱਤੇ ਦੇ ਅੰਦਰ ਬਾਬਾ ਅਜੀਤ ਸਿੰਘ ਜੀ ਇੰਜ ਜੂਝਣ ਲੱਗੇ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਬਾਗੇ ਆਗਿਆ ਪਿਤਾ ਦਸ਼ਮੇਸ਼ ਤੋਂ ਚੱਲਿਆ ਅਜੀਤ ਸਿੰਘ ਹੈ ਸੋਹਣਾ ਮੁਖੜਾ। ਸੋਹਣਾ ਮੁਖੜਾ ਗੁਰਾਂ ਨੇ ਚੁੰਮਿਆ, ਦਿੱਤੇ ਹਥਿਆਰ ਹੱਥ 'ਚ ਸੋਹਣੇ ਸ਼ਸਤਰ। ਸੋਹਣੇ ਸ਼ਸਤਰ ਕੋਸ਼ ਚੋਂ ਕੱਢ ਕੇ ਸੌਂਪਦੇ ਅਜੀਤ ਸਿੰਘ ਨੂੰ ਪੱਥਾ ਤੀਰਾਂ ਦਾ। ਪੱਥਾ ਤੀਰਾਂ ਦਾ ਕਮਰ ਪਿੱਛੇ ਕੱਸਿਆ, ਮੋਢੇ ਤੇ ਕਮਾਨ ਸੋਭਦੀ ਬੈਨੇਜਾ ਹੱਥ 'ਚ। ਨੇਜਾ ਹੱਥ ਵਿੱਚ ਤੇਗ ਪਾਈ, ਗਾਤਰੇ ਪਵਾਈ, ਸੱਚੇ ਪਾਤਸ਼ਾਹ ਨੇ ਲਿਆ ਥਾਪੜਾ। ਲਿਆ ਥਾਪੜਾ ਨਮਸਕਾਰ ਕਰਕੇ ਹੋ ਗਿਆ ਸਵਾਰ ਸੂਰਮਾ, ਬੂਏ ਖੁੱਲ ਗਏ। ਬੂਏ ਖੁੱਲ ਗਏ ਗੜੀ ਚਮਕੌਰ ਦੇ, ਛੱਡਦਾ ਜਕਾਰ ਪਹੁੰਚਿਆ ਵਿੱਚ ਜੰਗ ਦੇ। ਵਿੱਚ ਜੰਗ ਦੇ ਪੈਂਦੀਆਂ ਜੱਲੀਆਂ, ਵੈਰੀਆਂ ਨੂੰ ਪਾਈਆਂ ਭਾਜਣਾ ਤੀਰ ਪੱਥਿਓ। ਤੀਰ ਪੱਥਿਓ ਅਜੀਤ ਸਿੰਘ ਕੱਢ ਕੇ ਤੰਦੀ ਉੱਤੇ ਪਾ ਕੇ ਛੱਡਦਾ ਤੇ ਚਿੱਲਾ ਖਿੱਚਦਾ। ਚਿੱਲਾ ਖਿੱਚਦਾ ਹੈ ਕੰਨਾਂ ਦੀ ਇੱਕ ਜ਼ੋਰ ਸੇ, ਵੈਰੀਆਂ ਦੇ ਵੱਲ ਛੱਡਦਾ ਕੀਤੀ ਵਰਖਾ। ਕੀਤੀ ਵਰਖਾ ਤੁਰਕ ਕਈ ਵਿੰਨ ਤੇ ਪੱਥੇ ਵਿੱਚੋਂ ਤੀਰ ਮੁੱਕ ਗਏ। ਨੇਜਾ ਕੱਢਿਆ, ਨੇਜਾ ਕੱਢਿਆ ਤੇ ਹੱਥ ਵਿੱਚ ਲੈ ਕੇ ਵੈਰੀਆਂ ਦੇ ਸੀਨੇ ਪਾੜਦਾ ਨੇਜਾ ਟੁੱਟਿਆ। ਨੇਜਾ ਟੁੱਟਿਆ ਸੰਜੋ ਵਿੱਚ ਵੱਜ ਕੇ, ਨੇਜਾ ਟੁੱਟਿਆ, ਨੇਜਾ ਟੁੱਟਿਆ ਸੰਜੋ ਵਿੱਚ ਵੱਜ ਕੇ, ਹੱਥ ਵਿੱਚ ਬਾਂਸ ਰਹਿ ਗਿਆ ਤੇਗ ਖਿੱਚ ਕੇ। ਤੇਗ ਖਿੱਚ ਕੇ ਤੁਰਕ ਝਟਕਾਏ, ਅੰਤ ਵੇਲੇ ਤੇਗ ਟੁੱਟ ਗਈ, ਘੇਰਾ ਪੈ ਗਿਆ। ਘੇਰਾ ਪੈ ਗਿਆ ਵਿਰੋਧੀਆਂ ਦੀ ਫੌਜ ਦਾ, ਵਾਰ ਲੱਗੇ ਹੋਣ ਲਾਲ ਤੇ ਤੇਗਾਂ ਵੱਜਣ। ਤੀਰ ਤੁਮਰ ਵੱਜਣ ਤਲਵਾਰਾਂ, ਸੀਨੇ ਉੱਤੇ ਖਾਵੇ ਸੂਰਮਾ ਕਿਸੇ ਆਣ ਕੇ। ਕਿਸੇ ਆਣ ਕੇ ਤੁਰਕ ਬੇਈਮਾਨ ਨੇ ਪਿੱਠ ਪਿੱਛੇ ਮਾਰੀ ਬਰਸ਼ੀ, ਕਹੇ ਬੈਂਕੀਆ। ਕਹੇ ਬੈਂਕੀਆ ਸ਼ਹੀਦ ਅੰਤ ਹੋ ਗਿਆ, ਮੁਖੋਂ ਸਤਨਾਮ ਵਾਹਿਗੁਰੂ ਬੋਲਿਆ। ਬੋਲਿਆ ਸੂਰਿਆਂ ਦੇ ਵਾਂਗ ਲੜਿਆ ਨਹੀਂ ਡੋਲਿਆ। ਸਾਧ ਸੰਗਤ ਜਿਵੇਂ ਇੱਕ ਵੱਡਾ ਮੱਛ ਜਦੋਂ ਛਲਾਂਗ ਲਗਾਉਂਦਾ ਹੈ ਤੇ ਸਾਰਾ ਪਾਣੀ ਹਿਲਾ ਦਿੰਦਾ ਹੈ। ਭਾਰੀ ਫੌਜਾਂ ਸਮੁੰਦਰ ਦੇ ਵਾਂਗ ਛਾਈਆਂ ਹੋਈਆਂ ਸੀ। ਬਾਬਾ ਅਜੀਤ ਸਿੰਘ ਜੀ ਦੇ ਦਾਖਲ ਹੋਣ ਦੇ ਨਾਲ ਅੱਗੇ ਨੱਠ ਕੇ ਦੌੜਨ ਲੱਗੇ। ਇਉਂ ਪ੍ਰਤੀਤ ਹੋ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਆਪ ਜੰਗ ਦੇ ਮੈਦਾਨ ਦੇ ਅੰਦਰ ਯੁੱਧ ਮਚਾਉਣ ਵਾਸਤੇ ਆ ਗਏ। ਸਾਰੇ ਪਾਸੇ ਹਾਹਾਕਾਰ ਮਚ ਗਈ। ਸਾਧ ਸੰਗਤ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਦੀ ਨਿਗਾਹ ਬਾਬਾ ਅਜੀਤ ਸਿੰਘ ਜੀ ਤੇ ਹੀ ਪੈ ਰਹੀ ਸੀ। ਜਿਵੇਂ ਸ਼ਿਕਾਰੀ ਬਹੁਤ ਹੁੰਦੇ ਨੇ, ਸ਼ਿਕਾਰ ਇੱਕ ਹੁੰਦਾ ਹੈ। ਸਾਰਿਆਂ ਦੇ ਖਿਆਲ ਦੇ ਵਿੱਚ ਸੀ ਵੀ ਕਿਸੇ ਵੀ ਹਾਲਤ ਦੇ ਵਿੱਚ ਗੁਰੂ ਦੇ ਫਰਜ਼ੰਦ ਨੂੰ ਮੌਤ ਦੇ ਘਾਟ ਉਤਾਰਨਾ ਹੈ। ਬਹੁਤ ਦੂਰੀ ਤੇ ਨਿਕਲ ਗਏ ਲੜਦੇ ਲੜਦੇ। ਸਾਧ ਸੰਗਤ ਜਦੋਂ ਫਿਲਮਾਇਆ ਗਿਆ ਇਹਨਾਂ ਯੋਧਿਆਂ ਨੂੰ, ਕੁਝ ਸਿੰਘਾਂ ਦੇ ਨਾਲ ਆਏ ਔਰ ਆਪਾਂ ਫਿਲਮ ਵਿੱਚ ਵੇਖਿਆ ਕੁਝ ਕੁ ਤੁਰਕਾਂ ਦੇ ਨਾਲ ਟੱਕਰਾ ਹੁੰਦਾ ਵਿਖਾਇਆ। ਇਹ ਅਸਿੱਧੇ ਤੌਰ ਤੇ ਅਟੈਕ ਹੈ ਸਾਡੇ ਧਰਮ ਦੇ ਇਤਿਹਾਸ ਤੇ। ਇਹਨਾਂ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ। ਸੋ ਅਸੀਂ ਗਿਣਤੀ 10 ਲੱਖ ਦੀ ਪੜ੍ਹਦੇ ਹਾਂ ਜ਼ਫਰਨਾਮੇ ਦੇ ਅੰਦਰ ਕਿ 10 ਲੱਖ ਬਰਾਇਦ ਬਰੋ ਬੇਖਬਰ ਤੋਂ ਕੋਈ ਗਿਣਤੀ ਨਹੀਂ। ਸਾਧ ਸੰਗਤ ਤੇ ਅਸੀਮ ਦ੍ਰਿਸ਼ ਸੀ, ਇਹਨੂੰ ਇੱਕ ਸੀਮਾ ਵਿੱਚ ਨਹੀਂ ਬੱਧਾ ਜਾ ਸਕਦਾ। ਜਦੋਂ ਅਸੀਂ ਇਤਿਹਾਸ ਸੁਣਾਵਾਂਗੇ, ਜਿਹੜੇ ਬੱਚਿਆਂ ਦੇ ਮਨ ਦੇ ਵਿੱਚ ਉਹ ਫਿਲਮ ਦਾ ਸੀਨ ਬੈਠ ਗਿਆ, ਉਹਨਾਂ ਕਹਿਣਾ ਵੀ ਤੁਸੀਂ ਐਵੇਂ ਕਹਿੰਦੇ ਹੋ, ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਕਿਵੇਂ ਲੜੇ। ਅਸੀਂ ਵੇਖਿਆ ਕੁਝ ਬੰਦਿਆਂ ਦੇ ਨਾਲ ਲੜ ਕੇ ਹੀ ਉਹ ਤਾਂ ਸ਼ਹੀਦ ਹੋ ਗਏ। ਸਾਧ ਸੰਗਤ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਜਿਹੜੀ ਪ੍ਰਣਾਲੀ ਇਤਿਹਾਸ ਨੂੰ ਵਿਚਾਰਨ ਦੀ, ਪ੍ਰਚਾਰਨ ਦੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਸਾਡੇ ਵਾਸਤੇ, ਇਹੀ ਠੀਕ ਹੈ। ਕੌਮ ਦੇ ਅੰਦਰ ਗੁਰੂ ਕੇ ਢਾਡੀ ਕਵੀਸ਼ਰ ਸਿੰਘ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਜੇ ਹਨ। तो गुरु का इतिहास साध संगत असीम है, ਉਹਨੂੰ ਫਿਲਮਾਇਆ नहीं जा सकता। बाबा अजीत सिंह जी का निशान शहादत का बड़ी दूरी ते लगा।
ਲੜਦੇ ਲੜਦੇ ਸੱਥਰ ਵਿਛਾਉਂਦੇ, ਲੋਥਾਂ ਦੇ ਅੰਬਾਰ ਲਾਉਂਦੇ, ਕਿੰਨੀ ਦੂਰੀ ਤੇ ਨਿਕਲ ਗਏ। ਇਹਨਾਂ ਲੜੇ ਲੜਦਿਆਂ ਲੜਦਿਆਂ ਪੱਥੇ ਵਿੱਚੋਂ ਤੀਰ ਮੁੱਕ ਗਏ। ਨੇਜਾ ਸੰਭਾਲਿਆ, ਨੇਜੇ ਦੇ ਨਾਲ ਕਈਆਂ ਦੇ ਸੀਨੇ ਪਾੜੇ। ਸੰਜੋ ਦੇ ਵਿੱਚ ਨੇਜੇ ਦਾ ਵਾਰ ਲੱਗਾ। ਸੰਜੋ ਹੁੰਦਾ ਲੋਹੇ ਦਾ ਗਾੜ, ਪੁਰਾਣੇ ਨਿਹੰਗ ਸਿੰਘ ਵੀ ਪਹਿਨਿਆ ਕਰਦੇ ਸਨ। ਸਾਧ ਸੰਗਤ, ਸੰਜੋ ਦੇ ਵਿੱਚ ਭਰਵਾਂ ਵਾਰ ਹੋਇਆ। ਉਹ ਤਾਂ ਮੌਤ ਦੇ ਘਾਟ ਉਤਰ ਗਿਆ ਜਿਹਦੇ ਤੇ ਵਾਰ ਹੋਇਆ, ਪਰ ਜਦੋਂ ਖਿੱਚਣ ਲੱਗੇ ਸੰਜੋ ਦੇ ਵਿੱਚ ਨੇਜਾ ਉਲਝ ਗਿਆ ਤੇ ਅਗਲੇਰਾ ਫਲ ਟੁੱਟ ਗਿਆ, ਹੱਥ ਵਿੱਚ ਬਾਂਸ ਰਹਿ ਗਿਆ। ਉਹਨੂੰ ਤਿਆਗ ਕੇ ਸ਼ਮਸ਼ੀਰ ਖਿੱਚ ਲਈ, ਵੈਰੀ ਝਟਕਾਉਣੇ ਸ਼ੁਰੂ ਕੀਤੇ। ਇਹਨੇ ਜ਼ੋਰ ਨਾਲ ਲੜੇ, ਇੰਨੀ ਜ਼ਬਰਦਸਤ ਲੜਾਈ ਕੀਤੀ ਬਾਬਾ ਅਜੀਤ ਸਿੰਘ ਜੀ ਨੇ। ਲੜਦਿਆਂ ਲੜਦਿਆਂ ਤੇਗ ਵੀ ਟੁੱਟ ਗਈ। ਇਤਨੇ में फौज सितमगर उमड़ आई, बर्शी किसी बदबख्त ने पीछे से लगाई। पिठ ते वार होया, कई सैकड़े हजारां वार होए। बाबा अजीत सिंह जी सूरम गति नूं प्राप्त होए। पिता दशमेश ने खुशियां दे जकारे गजाए ਜਦੋਂ ਬਹਾਦਰੀ ਦੇ ਨਾਲ ਜਾਮੇ ਸ਼ਹਾਦਤ ਪ੍ਰਾਪਤ ਕਰਦਿਆਂ ਆਪਣੇ ਫਰਜ਼ੰਦ ਨੂੰ ਵੇਖਿਆ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਛੋਟੇ ਭਾਈ ਬਾਬਾ ਜੁਝਾਰ ਸਿੰਘ ਜੀ ਧਰਮ ਯੁੱਧ ਦਾ ਚਾਅ ਲੈ ਕੇ ਹਿਰਦੇ ਵਿੱਚ ਪਿਤਾ ਗੁਰਦੇਵ ਦੇ ਪਾਸ ਆ ਗਏ। ਵੱਡੇ ਵੀਰ ਨੂੰ ਜੂਝਦਿਆਂ ਵੇਖ ਕੇ ਮਨ ਦੇ ਵਿੱਚ ਚਾਓ ਖੇੜਾ ਆਇਆ ਜੰਗ ਜਾਣ ਦਾ ਔਰ ਅਰਜ਼ ਕੀਤੀ, पिता गुरुदेव वीरे के बगैर हमें जीना नहीं आता, खाना नहीं आता, सोना पीना नहीं आता। महाराज सच्चे पातशाह दे चरनां दे विच जदों अर्ज कीती, साहब श्री गुरु गोबिंद सिंह साहब, धन पिता दशमेश, दुनिया ते ऐसा कोई पिता नहीं जिहड़ा अपने हत्थीं अपने पुत्रां नूं मौत दे मूंह विच पाउंदा होवे। दशरथ जानदा सी राम जी ने 12 वरियां दा बनवास कट के आ जाना है, पर उदों तक जिंदा रहा जिहा जदों तक राम जी दिसदे रहे। दिसनों हट गए, महिलां तो छाल मार के अपने प्राण दे दिते। सरवण दे माता पिता ने जदों सुनिया सरवण दा घात, ब्रह्म अग्नि पैदा कीती, अपना आप दाह कर लिया। धन पिता दशमेश नूं पता है जिहड़ा पहला गया वो नहीं आया परत के, जिहड़ा आग्या मंग रहा है इहने भी नहीं आउणा। ते की कहंदे ने पिता दशमेश जोगी अल्लाह यार खां लिखदा है, कोई चिंता नहीं, कोई फिक्र नहीं, खेड़ा है, चाओ है। उत्साह देंदे ने, शाबाश पिसर, तुम ही हो पंथ के बेड़े के खवैया। पुत्रा तैनूं शाबाश है, जे असीं आवाज मारदे इतिहास दे पन्नियां विच फिक पै जाना सी। तू धर्म युद्ध दा चाह लैके आया है, शाबाश पिसर, तुम ही हो पंथ के बेड़े के खवैया। सिर भेट दो ताकि चले धर्म की नैया। उदों तक धर्म दा बेड़ा चल ही नहीं सकदा जदों तक जुझार सिंघा तेरे सिर दी खोपरी दा चप्पू नहीं लगदा। सतनाम श्री वाहिगुरू। वड्डे वीर दी तरह लाड़ी मौत वरन वास्ते हथी शिंगार के आग्या दिती। साध संगत भाई हिम्मत सिंह जी, भाई साहब सिंह जी, बाबा जुझार सिंह जी दे जथे दे नाल जाण वास्ते तैयार होए। गड़ी दा दरवाजा खुलिया। धन साहब श्री गुरु गोबिंद सिंह साहब सच्चे पातशाह तीरां दी बंछार करके रवानगी देंदे ने, आग्या देंदे ने। बाबा जुझार सिंह जी रण मैदान दे विच जाण दे लगे। पिता गुरदेव दे चरनां ते नमस्कार करदे ने। पिता गुरदेव तो पा के आग्या ते पढ़दे ने, देह शिवा बर मोहे यह शुभ कर्मन ते कबहू ना डरो, ना डरो और सो जब जाए लरो, निश्चय करे अपनी जीत करो। और सिखो अपने ही मन को यह लालच होंगुण ताओ चरो। जब आओ कि औद निदान बने, अत ही रण में तब जूझ मरो। सामने अखाड़ा भखिया होया है, लखां दी तादाद दे विच फौजां, डंकियां ते चोटां लगियां, नागरदंग नगारे बागड़दंग बाजे, गागड़दंग जोधा जागड़दंग गाजे। साहब श्री गुरु गोबिंद सिंह साहब सच्चे पातशाह दे फरजंद बाबा जुझार सिंह जी ने वड्डे वीर दी तरह रण मैदान दे विच वैरियां दे सत्थर विछाउंदियां शहादत नूं हे इंज प्रणाया। गगन दमामा बाजियो परियो निशाने काओ, खेत जो मांडियो सूरमा अब जूझन को दाओ। लिया था बड़ा पिता दशमेश तो नाल ले रहे ने जंगी हथियार। सोना सज के अजीत सिंह वांगरा वांगरा हुण चलिया है सिंह जुझार। लैके आग्या गोबिंद सिंह गुरु तो होया
ਰਾਕੀ ਤੇ ਸਵਾਰ ਫਤਿਹ ਗੱਜ ਕੇ ਬੁਲਾਈ ਸਾਰੇ ਸਿੱਖਾਂ ਨੂੰ ਕੱਚੀ ਗੜੀ ਵਾਲੇ ਖੁੱਲ ਗਏ ਦਵਾਰ ਔਲਿਆ ਥਾਪੜਾ ਪਿਤਾ ਦਸ਼ਮੇਸ਼ ਤੋਂ ਨਾਲ ਲੈ ਲਏ ਨੇ ਜੰਗੀ ਹਥਿਆਰ ਸੋਹਣਾ ਸੱਜ ਕੇ ਅਜੀਤ ਸਿੰਘ ਵਾਂਗਰਾ ਹੁਣ ਚੱਲਿਆ ਹੈ ਸਿੰਘ ਜੁਝਾਰ ਲੈ ਕੇ ਆਗਿਆ ਗੋਬਿੰਦ ਸਿੰਘ ਗੁਰੂ ਤੋਂ ਹੋਇਆ ਸੁੰਦਰ ਰਾਕੀ ਤੇ ਸਵਾਰ ਫਤਿਹ ਗੱਜ ਕੇ ਬੁਲਾਈ ਸਾਰੇ ਸਿੱਖਾਂ ਨੂੰ ਕੱਚੀ ਗੜੀ ਵਾਲੇ ਖੁੱਲ ਗਏ ਦਵਾਰ ਉਹ ਘੋੜਾ ਛੇੜਿਆ ਮੈਦਾਨ ਵੱਲ ਸੂਰਮੇ ਛੱਡ ਬੋਲੇ ਸੋ ਨਿਹਾਲ ਦੇ ਜਕਾਰ ਤੀਰ ਭੱਥੇ ਵਿੱਚੋਂ ਕੱਢ ਛੱਡਦਾ ਉੱਤੇ ਵੈਰੀਆਂ ਦੇ ਕਰਦਾ ਬੰਸ਼ਾਰ ਸੀਨੇ ਵੱਜ ਰਹੇ ਤੀਰ ਤਿੱਖੀ ਤਾਰ ਦੇ ਪਾੜ ਛਾਤੀਆਂ ਨੂੰ ਹੋਈ ਜਾਣ ਪਾਰ ਲਹੂ ਪੀਂਦੀਆਂ ਨੇ ਆਣ ਕਲ ਜੋਗਣਾ ਰੱਜ ਕੇ ਤੇ ਲੈਂਦੀਆਂ ਡਕਾਰ ਉੱਤੇ ਉੱਡਣ ਗਲਿੰਜਾਂ ਅਸਮਾਨ ਦੇ ਉੱਤੇ ਉੱਡਣ ਗਲਿੰਜਾਂ ਅਸਮਾਨ ਤੇ ਮੱਚੀ ਯੁੱਧ ਵਿੱਚ ਹਾਹਾਕਾਰ ਸਾਹਿਬਜ਼ਾਦਾ ਹੈ ਜੁਝਾਰ ਸਿੰਘ ਜੂਝਦਾ ਤੀਰ ਤੁਮਰ ਚਲਾਵੇ ਤਲਵਾਰ ਪਾਈਆਂ ਜ਼ਾਲਮਾਂ ਦੀ ਫੌਜ ਤਾਈਂ ਭੱਜੜਾ ਸੁੱਟੇ ਵੱਡ ਕਈ ਹਜ਼ਾਰ ਤੇਗ ਚੱਲਦੀ ਗੁਰਾਂ ਦੇ ਫਰਿਆਦ ਦੀ ਇੱਕ ਦੇ ਬਣਾਏ ਚਾਰ ਹੱਲਾ ਆਖਰ ਨੂੰ ਇੱਕ ਵਾਰ ਬੋਲਿਆ ਹੱਲਾ ਆਖਰ ਨੂੰ ਇੱਕ ਵਾਰ ਬੋਲਿਆ ਲੱਗੇ ਲਾਲ ਦੇ ਸਰੀਰ ਉੱਤੇ ਵਾਰ ਘੇਰਾ ਪਾਲਿਆ ਹੈ ਜ਼ਾਲਮਾਂ ਦੀ ਫੌਜ ਨੇ ਖਿੱਚ ਕੇ ਤੇ ਤੇਗਾਂ ਰਹੇ ਮਾਰ ਤੀਰ ਵੱਜ ਸੀਨਾ ਹੋਇਆ ਛਾਨਣੀ ਫਟ ਰਿਹਾ ਏ ਬੇਅੰਤ ਸਹਾਰ ਅੰਤ ਹੋ ਗਿਆ ਸ਼ਹੀਦ ਲਾਲ ਬੈਂਕੀਆ ਮੁਖੋਂ ਸਤਨਾਮ ਵਾਹਿਗੁਰੂ ਉਚਾਰ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੈ ਹੇਤ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ ਸੂਰਮ ਗਤੀ ਨੂੰ ਪ੍ਰਾਪਤ ਹੋਏ ਲਿਖਣ ਵਾਲੇ ਲਿਖਦੇ ਪਰ ਕੌਣ ਗਿਣ ਸਕਦਾ ਏ ਕਿੰਨੀਆਂ ਹਜ਼ਾਰਾਂ ਤੰਦੀਆਂ ਤੋਂ ਤੀਰ ਚੱਲੇ ਇੱਕੇ ਵਾਰੀ ਘੇਰੇ ਵਿੱਚ ਬਾਬਾ ਜੁਝਾਰ ਸਿੰਘ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਜ਼ਾਲਮਾਂ ਨੂੰ ਭਾਜੜਾਂ ਪਾਉਂਦੇ ਹੋਏ ਸੱਥਰ ਵਿਛਾਉਂਦੇ ਹੋਏ ਇਸ ਲਹੂ ਡੋਲਵੀਂ ਲੜਾਈ ਦੇ ਅੰਦਰ ਜਦੋਂ ਜ਼ਾਲਮ ਨੇ ਘੇਰੇ ਅੰਦਰ ਲੈ ਲਿਆ ਸਾਧ ਸੰਗਤ ਜਿਵੇਂ ਗੁਲਾਬ ਦੀਆਂ ਕੋਮਲ ਪੱਤੀਆਂ ਦੇ ਵਿੱਚ ਦੀ ਸੂਲਾਂ ਕੱਢ ਦਿੱਤੀਆਂ ਜਾਣ ਬਾਬਾ ਜੁਝਾਰ ਸਿੰਘ ਜੀ ਦੀ ਕੋਮਲ ਛਾਤੀ ਨੂੰ ਸੈਂਕੜੇ ਤੀਰ ਆਰ ਪਾਰ ਹੋ ਰਹੇ ਨੇ ਤੇ ਧੰਨ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਉੱਪਰੋਂ ਇਹ ਜੰਗ ਵੇਖਦੇ ਹੋਏ ਖੁਸ਼ੀਆਂ ਦੇ ਜਕਾਰੇ ਗਜਾ ਰਹੇ ਨੇ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਛੋਟੇ ਲਾਲ ਨੇ ਐਸਾ ਜੰਗ ਲੜਿਆ ਇੰਨੀ ਜ਼ਬਰਦਸਤ ਲੜਾਈ ਕੀਤੀ ਜੁਝਾਰ ਸਿੰਘ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ शुक्र किया और शाबाश दी शाबाश पिसर खूब दालेरी से लड़े लड़ो भी क्यों ना गोबिंद के फरजंद जू बड़े उंगली ला के लै गया ओनू वीर वडेरा हस शहीदी पा गया जद लाल चुटेरा अखां सामे हो गया ओ वेरा वेरा हस के बोले कलगीधर वाह भाणा तेरा पंथ उस बसे मैं उजड़ा मन चाओ कनेरा धन साहब श्री गुरु गोबिंद सिंह साहब सच्चे पातशाह धन धन चौजी पातशाह धन तेरा जेरा धन साहब श्री गुरु गोबिंद सिंह साहब सच्चे पातशाह ने अकाल पुरख वाहिगुरू दा शुकराना किया और आख्या खालसा जी दिन चढ़दे दे जंग अंदर असीं भी जाके शहादत दा जाम पी जावांगे खालसे ने ओ खालसाई रूप दे विच बचन किया महाराज तुसीं पंजां नूं प्रधानता बख्शी है और असीं ये बचन करते हैं गरीब नवाज तुहाडे वर्गा गुरु खालसे नूं होर नहीं लभना महाराज सच्चे पातशाह ने खालसे दे बचन अगे सीस झुकाया और बुझदिल कहरां डरपोकां दे वांग नहीं गए
यों कह ऊंची धुन से बोले दे ताली हाथन भगवान हिंदन पीर चलियो अब निकस्यो घेरो तुम मैं जो बलवान। एक बार नहीं, दो बार नहीं, 3 बार श्री मुख ते बोले ऊंच ऊंच लो बाक सुनाए। ये वाक इस तरह सन जिवें हर किसी दे कंन नेड़े आके कह रहे हो। बदल दे गरजने दे वांग कलगीधर पातशाह दी इस आवाज ने सारे पासे हलचल पा दिती। आपस दे विच ही कट कट के मरन लगे। एक तीर चला के धन कलगीधर पातशाह खालसे नूं पातशाहियां बख्शिश करके जोड़ा जामा भाई संगत सिंह नूं बख्शिश करके ये आग्या दे के साडे इथों चले जाण दा प्रतीत नहीं होण देना। डंके ते चोटां लाउंदे रहना, उच्ची आवाज विच जकारे गजाउंदे रहना। सहबे कमाल माशीवाड़े दे जंगलां वल नूं आए। लमेरे प्रसंग है मालवे जंगल देश दे किन्ने कौतक सच्चे पातशाह दे कहनी कथनी तो बाहर आओ। सो ये साहिबजादियां दी शहादत दे दायरे विच ही प्रसंग। वैसे जे विस्तार दे नाल चमकौर दा जंग सुनाउणा होवे तो 2-2.5 घंटे लाजमी लग जांदे है। और थोड़े समय दे विच वड्डे प्रसंग विच कुछ कहिंदियां कई गलतियां हो जांदियां, त्रुटियां रह जांदियां और रह गईयां, अणजाण समझ के माफ करना। आओ जो हुक्म होया है गुरु ਦੀਆਂ फौजां ਵੱਲੋਂ ਉਹ ਕਵਿਤਾ ਰੱਬ ਦੇ ਪਿਆਰਿਆਂ ਦੀ ਮਹਿਮਾ ਦੇ ਵਿੱਚ ਹੈ। ਸੁਣੀਏ ਇੰਜ ਬੇਨਤੀ। संत सरन जो जन परੈ सो जन उदरनहार संत की निंदा नानका बहोर बहोर अवतार। जी बंदगी कमाई जिन्ना ने, बंदगी कमाई जिन्ना ने पाइयां प्रभु तो बरकतां ने सारियां। संत जानो रूप रब दा, संत जानो रूप रब दा जिन्नू नाम दियां चढ़ियां कुमारियां। जी संत ओही रूप रब दा। संत ते अनंत एक ने जिवें जल चित रंग ने समाउंदे। धन गुरु ग्रंथ साहिब जी सोभा साधुआं दी बाणी च सुणावदे। भारी उपकार वास्ते, भारी उपकार वास्ते रूहां जग विच आउंदियां नियारियां। संत जानो रूप रब दा, संत जानो रूप रब दा जिन्नू नाम दियां चढ़ियां कुमारियां। जी संत ओही रूप रब दा। नाम तो भी हुणे आदमी बाणी आखदी जो कुबज गुरूप ने। सत चित ते आनंद दा प्यारे प्रभु जी दे सुंदर स्वरूप ने। ओ गुरु कोल बैठे सोवदे, ओ गुरु कोल बैठे सोवदे जिवें कान कोल गोपियां प्यारियां। संत जानो रूप रब दा, संत जानो रूप रब दा जिन्नू नाम दियां चढ़ियां कुमारियां। जी संत ओही रूप रब दा। रहे निर्वैर सदा ही डरे किसे तो ना किसे नू डरावे ना। पत शांति करे जावदा जेड़ा किसे दा भी हिरदा दिखावे ना। जो काम आवे लोड़वंदां दे, जो काम आवे लोड़वंदां दे रखे माड़ियां गरीबां नाल यारियां। संत जानो रूप रब दा, संत जानो रूप रब दा जिन्नू नाम दियां चढ़ियां कुमारियां। जी संत ओही रूप रब दा। दिने रात नाम जपदा नाले दूजियां नू रहे जो जपाउंदा। तरे संसार सागरो संगी साथियां नू नाल ही तरावदा। पल्ला फाड़े ऐसे प्यारे दा, पल्ला फाड़े ऐसे प्यारे दा पार भौजल तो होइए लागे तारियां। संत जानो रूप रब दा, संत जानो रूप रब दा जिन्नू नाम दियां चढ़ियां कुमारियां। जी संत ओही रूप रब दा। सेवा निष्काम करदा लोभ लालचां तो रहे कोहां दूर जो। नशियां दे नेड़े जावे ना, नशियां दे नेड़े जावे ना सच्चे नाम दा ही रखदा सुरूर जो। सियासियां दी कान रखे ना ओ रहे निरपख सदा ही लावे आत्मक मंडली उडारियां। संत जानो रूप रब दा, संत जानो रूप रब दा जिन्नू नाम दियां चढ़ियां कुमारियां। जी संत ओही रूप रब दा। मूवे उत्ते सच कहण दी रखे हिम्मत जो किसे तो ना संगदा। कच्चे रंग लाख
ਸੁੰਪੜੇ ਪੱਕੇ ਰੰਗ ਜਿਉ ਮਜੀਠੇ ਮਨ ਰੰਗ ਦਾ। ਆਸੀਆਂ ਦੀ ਕਾਣ ਰੱਖੇ ਨਾ ਉਹੀ ਕਰੇ ਦਰਗਾਹੀ ਸਿਕਦਾਰੀਆਂ। ਸੰਤ ਜਾਣੋ ਰੂਪ ਰੱਬ ਦਾ, ਸੰਤ ਜਾਣੋ ਰੂਪ ਰੱਬ ਦਾ, ਜਿਹਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ। ਜੀ ਸੰਤ ਉਹੀ ਰੂਪ ਰੱਬ ਦਾ। ਮੁਖੀ ਉਹਦੇ ਨਿੰਦਕਾਂ ਦਾ ਕਾਲਾ ਹੋਵੇ ਦੀਨ ਦੁਨੀ ਦਰਬਾਰ ਚ। ਲਾਹ ਕਿਵੇਂ ਲਵੇ ਉਹਦੇ ਤੋਂ, ਲਾਹ ਕਿਵੇਂ ਲਵੇ ਉਹਦੇ ਤੋਂ, ਰਹੇ ਭਰਿਆ ਜੋ ਨਿਤ ਹੰਕਾਰ ਚ। ਚੱਲਦਾ ਹੈ ਸਦਾ ਨਿਵ ਕੇ, ਚੱਲੇ ਜਿਹੜਾ ਸਦਾ ਨਿਵ ਕੇ, ਪਾਉਂਦਾ ਸਾਧੂਆਂ ਤੋਂ ਰਹਿਮਤਾਂ ਉਹ ਭਾਰੀਆਂ। ਸੰਤ ਜਾਣੋ ਰੂਪ ਰੱਬ ਦਾ, ਸੰਤ ਜਾਣੋ ਰੂਪ ਰੱਬ ਦਾ, ਜਿਹਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ। ਜੀ ਸੰਤ ਉਹੀ ਰੂਪ ਰੱਬ ਦਾ। ਮਹਿਮਾ ਗੁਰਜੰਟ ਸਿੰਘ ਤੋਂ ਕੋਈ ਰੱਬੀ ਅਵਤਾਰ ਲਿਖਵਾਉਂਦਾ। ਠਾਕੁਰ ਦੇ ਨਾਲ ਮਾਨਕ ਮੇਲ ਛੰਦ ਗੁਰਚੇਤ ਸਿੰਘ ਗਾਵਦਾ। ਸੰਗਤ ਮਕਬੂਲ ਕਰ ਲੈ, ਸੰਗਤ ਮਕਬੂਲ ਕਰ ਲੈ, ਬੈਂਕੇ ਸ਼ਹਿਰ ਨੇ ਜੋ 17 ਉਚਾਰੀਆਂ। ਸੰਤ ਜਾਣੋ ਰੂਪ ਰੱਬ ਦਾ, ਸੰਤ ਜਾਣੋ ਰੂਪ ਰੱਬ ਦਾ, ਜਿਹਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ। ਜੀ ਸੰਤ ਉਹੀ ਰੂਪ ਰੱਬ ਦਾ। ਸਤਿ ਸ੍ਰੀ ਅਕਾਲ। ਤੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਵਿਖੇ ਲੱਗੀ ਹੋਈ ਵਿਸਾਖੀ ਤੇ ਮਾਤਾ ਜੀ ਹੋਰਾਂ ਦੇ ਪੁੱਛਣ ਤੇ ਉਹਨਾਂ ਪੁੱਛਿਆ ਸੀ ਕਿ ਲਾਲ ਨਜ਼ਰ ਨਹੀਂ ਆਉਂਦੇ। ਕਲਗੀਧਰ ਪਾਤਸ਼ਾਹ ਨੇ ਆਖਿਆ ਵਾਰ ਦਿੱਤੇ, ਵਾਰੀ ਤੁਛ ਮਾਤਰ ਚੀਜ਼ ਜਾਂਦੀ, ਬਹੁਤ ਮਹਿੰਗੀ ਕੀਮਤੀ ਚੀਜ਼ ਤੋਂ। ਮਹਾਰਾਜ ਏਡੀ ਮਹਿੰਗੀ ਚੀਜ਼ ਕਿਹੜੀ ਸੀ ਜਿਹਦੇ ਉੱਤੋਂ ਲਾਲਾ ਨੂੰ ਵਾਰ ਦਿੱਤਾ। ਸਾਧ ਸੰਗਤ ਸਾਡੇ ਵੱਲੇ ਉਂਗਲੀ ਕਰਕੇ ਪਿਤਾ ਦਸ਼ਮੇਸ਼ ਜੀ ਨੇ ਆਖਿਆ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ, ਜੀਵਤ ਕਈ ਹਜ਼ਾਰ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੇ ਪੁੱਤਰ ਤੇ ਧੀਆਂ ਕਹਿ ਕੇ ਸੰਬੋਧਨ ਕੀਤਾ ਹੈ। ਓਏ ਆਪਾਂ ਵਿਚਾਰ ਕਰਨੀ ਹੈ ਕਿ ਆਪਾਂ ਗੁਰੂ ਦੇ ਪੁੱਤਰਾਂ ਵਰਗੇ ਬਣੇ ਆ ਜਾਂ ਨਹੀਂ ਹੈ ਜੀ। ਧੰਨ ਕਲਗੀਧਰ ਪਾਤਸ਼ਾਹ ਦੇ ਪੁੱਤਰ ਤਾਂ ਬਣਿਆ ਜਾਂਦਾ ਹੈ ਜੇ ਕੇਸਾਧਾਰੀ ਹੋ ਕੇ ਖੰਡੇ ਬਾਟੇ ਦੀ ਪੌੜ ਲਈਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਵਿੱਚੋਂ ਆਪਣੇ ਲਾਲਾਂ ਨੂੰ ਵੇਖਣਾ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤਰ ਔਰ ਧੀਆਂ ਬਣਨ ਵਾਸਤੇ ਕੇਸਾਧਾਰੀ ਹੋਣਾ, ਖੰਡੇ ਬਾਟੇ ਦੀ ਪੌੜ ਲੈਣੀ ਅਤਿਅੰਤ ਜ਼ਰੂਰੀ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਵਡਭਾਗੀ ਹਨ, ਜਿਨ੍ਹਾਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਸਨਿਮਰ ਬੇਨਤੀ ਹੈ, ਕੇਸਾਧਾਰੀ ਹੋਈਏ, ਅੰਮ੍ਰਿਤ ਛਕੀਏ। ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਪੰਥ ਖਾਲਸੇ ਦੀ ਸਦਾ ਚੜ੍ਹਦੀ ਕਲਾ ਹੋਵੇ। ਗੁਰੂ ਕੇ ਲਾਲਾਂ ਦੇ ਚਰਨਾਂ ਦੇ ਵਿੱਚ, ਗੁਰੂ ਕੇ ਖਾਲਸਿਆਂ ਦੇ ਚਰਨਾਂ ਦੇ ਵਿੱਚ, ਕਲਗੀਧਰ ਪਿਤਾ ਦਸ਼ਮੇਸ਼ ਦੇ ਪਾਵਨ ਚਰਨਾਂ ਦੇ ਵਿੱਚ ਕੋਟਾਨ ਕੋਟ ਨਮਸਕਾਰ ਕਰਦੇ। ਖਿਮਾ ਦੇ ਜਾਚਕਾਂ ਸਾਰੇ ਪ੍ਰਬੰਧਕਾਂ ਦਾ, ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਮਹਾਂਪੁਰਖ ਬਾਬਾ ਜੋਗਿੰਦਰ ਸਿੰਘ ਜੀ ਡਮੇਲੀ ਵਾਲੇ ਮਹਾਂਪੁਰਖ ਜੋ ਵੱਡੀਆਂ ਸੇਵਾਵਾਂ ਗੁਰੂ ਕੇ ਪੰਥ ਦੇ ਅੰਦਰ ਮਹਾਰਾਜ ਦੀ ਕਿਰਪਾ ਦੇ ਨਾਲ ਕਰ ਰਹੇ ਹਨ, ਔਰ ਸਾਰੇ ਹੀ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ। ਸੋ ਸੰਗੀ ਸਿੰਘ, ਸਾਰੇ ਸੰਤ ਸੇਵੀ ਗੁਰਮੁਖ ਪਿਆਰੇ ਭਾਈ ਦਲਜੀਤ ਸਿੰਘ ਜੀ, ਭਾਈ ਗੁਰਦੇਵ ਸਿੰਘ ਜੀ, ਜਥੇਦਾਰ ਬਾਬਾ ਕੀਰਤਨ ਸਿੰਘ ਜੀ, ਮਹਾਂਪੁਰਖਾਂ ਦੀ ਹਾਜ਼ਰੀ ਵਿੱਚ ਰਹਿ ਕੇ ਜਿਨ੍ਹਾਂ ਨੇ ਸੇਵਾ ਕੀਤੀ। ਸਾਧ ਸੰਗਤ, ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸਾਹਿਬ ਜੀ ਮਹਾਂਪੁਰਖਾਂ ਤੋਂ ਕਈ ਬਚਨ ਬਾਬਾ ਕੀਰਤਨ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੇ ਸੁਣਿਆ ਕਰਦੇ। ਬਹੁਤ ਸਨੇਹ ਕਰਨ ਵਾਲੇ ਸਤਿਗੁਰਾਂ ਦੀ ਬਾਣੀ ਦੇ ਨਾਲ ਗੁਰੂ ਪੰਥ ਖਾਲਸੇ ਦੀ ਸਦਾ ਚੜ੍ਹਦੀ ਕਲਾ ਲੋਚਣ ਵਾਲੇ ਮਹਾਂਪੁਰਖ ਜਥੇਦਾਰ ਸ਼੍ਰੀ ਮਾਨ ਸੰਤ ਬਾਬਾ ਕੀਰਤਨ ਸਿੰਘ ਸਾਹਿਬ ਦੀ ਮਹਾਂਪੁਰਖਾਂ ਦੀ ਹਾਜ਼ਰੀ ਵਿੱਚ ਰਹਿਣ ਵਾਲੇ ਭਾਈ ਗੁਰਦੇਵ ਸਿੰਘ ਜੀ। ਸੋ ਉਹਨਾਂ ਵੱਲੋਂ ਵੀ ਪਿਆਰ ਅਸੀਸਾਂ। ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਉਦਮ ਕੀਤਾ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਸਾਧ ਸੰਗਤ ਰਵਾਨਗੀ ਕਰਨ ਲੱਗੇ ਪੰਜਾਬ ਤੋਂ, ਦਲ ਬਾਬਾ ਵਿਧੀ ਚੰਦ ਸਾਹਿਬ ਜੀ ਦੇ 12ਵੇਂ ਜਾਨਸ਼ੀਨ ਮਹਾਂਪੁਰਖ ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਵੱਲੋਂ ਇਹ ਹੁਕਮ ਹੋਇਆ ਕਿ ਜਿੱਥੇ ਵੀ ਸੰਗਤਾਂ ਦੇ ਵਿੱਚ ਵਿਚਰੋ ਸਾਡੀ ਫਤਿਹ ਦੁਆਰਾ ਹਾਜ਼ਰੀ ਲਵਾਉਣੀ। ਦਾਸ ਪ੍ਰਸੰਗ ਦੀ ਸਮਾਪਤੀ ਦੀ ਔਰ ਮਹਾਂਪੁਰਖਾਂ ਦੀ ਹਾਜ਼ਰੀ ਲਵਾਉਂਦਾ ਹੋਇਆ ਫਤਿਹ ਅਰਜ ਕਰੇਗਾ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਸੀਸ ਬਖਸ਼ੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਕਾਰਾ ਕੀ ਆਵੇ ਨਿਹਾਲ ਹੋ ਜਾਵੇ ਫਤਿਹ ਪਾਵੇ। ਸਤਿ ਸ੍ਰੀ ਅਕਾਲ ਗੁਰ ਪ੍ਰਇਆ ਕਾਲ ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਬਿਰਧ ਬਾਣੇ ਦੀ ਲਾਜ। ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਦੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।